ਸੰਤ ਆਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਨ ਜਿੰਦ ਗੁਰ ਸ਼ਬਦੀ ਆਰਾਧੀਐ ਜਪੀਐ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ੁਰ ਬੇਅੰਤ ਜਿਸ ਮਨ ਵਸੈ ਨਾਰਾਇਣੋ ਸੋ ਕਹੀਐ ਭਗਵੰਤ ਜੀ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤ ਨਾਨਕ ਜੀਵੈ ਜਪ ਹਰੀ ਦੋਖ ਸਭੇ ਹੀ ਹੰਤ ਦਿਨ ਰੈਣ ਜਿਸ ਨਾ ਵਿਸਰੈ ਸੋ ਹਰਿਆ ਹੋਵੈ ਜੰਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਗੁਰੂ ਸਵਾਰੇ ਸਤ ਸੰਗੀ ਜਨੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਦਿਨ ਰੈਣ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਇਹ ਪਾਵਨ ਬਾਣੀ ਰਾਗ ਮਾਝ ਵਿੱਚ ਸੁਭਾਇਮਾਨ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੰਨਾ ਨੰਬਰ 137 ਉੱਪਰੋਂ ਆਪ ਜੀ ਨੇ ਇਸ ਬਾਣੀ ਦਾ ਤੀਸਰਾ ਬੰਦ ਪਾਠ ਰੂਪ ਵਿੱਚ ਸ਼ਰਵਣ ਕੀਤਾ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਰਹਿਮਤ ਕਰਦੇ ਹਨ, ਅਕਾਲ ਪੁਰਖ ਦੇ ਪਿਆਰੇ ਸਦਾ ਹੀ ਉਸ ਕਰਤੇ ਨੂੰ ਸਲਾਉਂਦੇ ਆਰਾਧਦੇ ਤੇ ਆਪਣੇ ਚਿੰਤਨ ਵਿੱਚ ਚੇਤੇ ਵਿੱਚ ਵਸਾ ਕੇ ਰੱਖਦੇ ਨੇ ਔਰ ਉਹਨਾਂ ਦੀ ਸੁਰਤ ਵਿੱਚ ਉਸ ਅਕਾਲ ਪੁਰਖ ਪ੍ਰਭੂ ਦਾ ਇਹ ਗੁਣ ਹਰ ਵਕਤ ਵਸਿਆ ਰਹਿੰਦਾ ਹੈ ਕਿ ਉਹ ਪ੍ਰਭੂ ਸਭਨਾ ਕਾ ਬਖਸ਼ਿੰਦ। ਬਖਸ਼ਿੰਦ ਦਾ ਅਰਥ ਹੁੰਦਾ ਹੈ ਸਾਰਿਆਂ ਨੂੰ ਬਖਸ਼ਿਸ਼ਾਂ ਦੇਣ ਵਾਲਾ, ਸਭਨਾ ਉੱਤੇ ਦਇਆ ਤੇ ਤਰਸ ਦੀ ਨਿਗਾਹ ਰੱਖਣ ਵਾਲਾ ਹੈ। ਅਕਾਲ ਪੁਰਖ ਦੇ ਇਸ ਗੁਣ ਨੂੰ ਸਾਰੀ ਬਾਣੀ ਦੇ ਅੰਦਰ ਬੜੇ ਸੋਹਣੇ ਢੰਗ ਦੇ ਨਾਲ ਗੁਰੂ ਮਹਾਰਾਜ ਨੇ ਬਿਆਨ ਕਰਦਿਆਂ ਕਿਹਾ ਵੀ ਉਹ ਤੇ ਅਕਿਰਤ ਘਣਾ ਨੂੰ ਵੀ ਪਾਲਦਾ ਹੈ, ਉਸ ਦੇ ਅੰਦਰ ਇੰਨੀ ਬਖਸ਼ਿਸ਼ ਹੈ, ਇੰਨੀ ਦਇਆ ਹੈ। ਕੁਝ ਸ਼ਬਦ ਬਾਣੀ ਨੇ ਵਰਤੇ ਨੇ, ਜਿਵੇਂ ਪਤਿਤਾਂ ਨੂੰ ਪਾਵਨ ਕਰਨ ਵਾਲਾ, ਪਤਿਤ ਪਾਵਨ, ਭਗਤ ਵਸ਼ਲ ਭਗਤਾਂ ਨੂੰ ਪਿਆਰ ਕਰਨ ਵਾਲਾ, ਦੀਨ ਦਇਆਲ ਮਨ ਦੀ ਗਰੀਬੀ ਰੱਖਣ ਵਾਲਿਆਂ ਦੇ ਉੱਤੇ ਦਇਆ ਦ੍ਰਿਸ਼ਟੀ ਕਰਨ ਵਾਲਾ। ਇਸ ਤੋਂ ਇਲਾਵਾ ਉਸ ਨੂੰ ਮਿੱਠ ਬੋਲੜਾ ਆਖਿਆ ਗਿਆ ਹੈ। ਰੋਜ਼ੀ ਦੇਹੰਦ ਰੋਜੀ ਦੇਣ ਵਾਲਾ, ਪਾਲਕ, ਸਿਰਜਣਹਾਰ ਇਤਿਆਦਿਕ ਸ਼ਬਦ ਜਿਹੜੇ ਹਨ ਉਹ ਧਰਮ ਸ਼ਬਦਾਵਲੀ ਵਿੱਚ ਉਸ ਅਕਾਲ ਪੁਰਖ ਪ੍ਰਭੂ ਦੇ ਸੁਭਾਅ ਬਾਬਤ ਬਿਆਨ ਕੀਤੇ ਗਏ ਨੇ। ਇਹ ਉਹਦੇ ਗੁਣ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਹਿਣਾ ਹੈ ਉਹ ਅਕਾਲ ਪੁਰਖ ਪ੍ਰਭੂ ਦੀ ਸੱਤਾ ਸਾਰਿਆਂ ਲਈ ਬਖਸ਼ੰਦ ਹੈ। ਉਹਦੀ ਬਖਸ਼ਿਸ਼ ਦਾ ਸਭ ਤੋਂ ਵੱਡਾ ਪ੍ਰਮਾਣ ਇਹ ਹੈ ਉਸ ਨੇ ਸਾਨੂੰ ਸਾਰਿਆਂ ਨੂੰ ਸਿਰਜਿਆ ਤੇ ਸਾਡੀ ਸਿਰਜਣਾ ਕਿਹੋ ਜਿਹੀ ਹੋਵੇ ਇਹ ਵੀ ਕੁਦਰਤ ਨੇ ਆਪਣੇ ਕੋਲੋਂ ਨਿਰਧਾਰਿਤ ਕੀਤਾ। ਇਹ ਫੈਸਲਾ ਸਾਡਾ ਨਹੀਂ, ਕੁਦਰਤ ਦਾ ਹੈ। ਫਿਰ ਸਾਨੂੰ ਪਾਲਣ ਵਾਸਤੇ ਇਹ ਕੁਦਰਤ ਦੇ ਵਸੀਲੇ ਜਿਹੜੇ ਸਾਨੂੰ ਦੇ ਦਿੱਤੇ
ਤੇ ਸਾਡਾ ਸਾਰਾ ਜੀਵਨ ਉਹਦੇ ਹੁਕਮ ਤੇ ਉਹਦੀ ਕੁਦਰਤ ਦੇ ਉੱਤੇ ਡਿਪੈਂਡ ਹੋ ਕੇ ਓਤ-ਪੋਤ ਹੋ ਕੇ ਗੁਜ਼ਰਦਾ ਹੈ। ਜੋ ਮਿਲਦਾ ਹੈ ਉਹਦੀ ਰਹਿਮਤ ਕਿਰਪਾ ਤੇ ਬਖਸ਼ਿਸ਼ ਨਾਲ ਮਿਲਦਾ ਹੈ। ਇਸ ਵਾਸਤੇ ਅਕਾਲ ਪੁਰਖ ਪ੍ਰਭੂ ਦੀ ਮਹਾਨ ਸਿਫਤੋ ਸਲਾਹ ਕਰਦਿਆਂ ਹੋਇਆਂ ਗੁਰੂ ਬਾਣੀ ਨੇ ਉਸ ਨੂੰ ਸਭਨਾਂ ਦੇ ਉੱਤੇ ਬਖਸ਼ਿਸ਼ ਕਰਨ ਵਾਲਾ ਆਖਿਆ। ਸਤਿਗੁਰੂ ਕਹਿੰਦੇ ਉਸ ਪ੍ਰਭੂ ਦੇ ਇਸ ਗੁਣ ਨੂੰ ਸਦਾ ਹੀ ਸੰਤ ਆਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ, ਉਹਦੇ ਪਿਆਰੇ ਸਦਾ ਉਹਦੇ ਇਸ ਗੁਣ ਨੂੰ ਆਰਾਧਦੇ ਹਨ, ਚੇਤੇ ਵਿੱਚ ਰੱਖਦੇ ਹਨ ਔਰ ਹਮੇਸ਼ਾ ਉਹਦੇ ਗੁਣ ਗਾਉਂਦੇ ਹਨ। ਦਾਤਾਰ ਜੀ ਨੇ ਅਗਲੀ ਪੰਕਤੀ ਵਿੱਚ ਫਰਮਾਇਆ ਹੈ, ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀਨ ਜਿੰਦ। ਜਿਸ ਨੇ ਆਪਣੀ ਬਖਸ਼ਿਸ਼ ਦਾ ਦਰ ਖੋਲਦਿਆਂ ਰਹਿਮਤ ਕਰਦਿਆਂ, ਜੀਓ ਜੀਓ ਦਾ ਮਤਲਬ ਹੈ ਆਤਮਾ ਸਪੇਟ ਚੇਤਨਾ ਜੋਤ, ਪਿੰਡ ਦਾ ਮਤਲਬ ਹੈ ਸਰੀਰ। ਜਿਸ ਨੇ ਸਾਡਾ ਇਹ ਪਿੰਡ ਸਰੀਰ ਸਾਜਿਆ ਤੇ ਇਸ ਵਿੱਚ ਜੋਤ ਸੱਤਾ ਟਿਕਾਈ ਹੈ। ਬਾਣੀ ਦਾ ਇਹ ਕਥਨ ਯਾਦ ਰੱਖੀਏ ਜਿਸ ਵਿੱਚ ਮਹਾਰਾਜ ਨੇ ਆਖਿਆ ਹੈ, ਜੀਓ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ, ਅੱਖੀਂ ਦੇਖੈ ਜੇਵਾ ਬੋਲੇ ਕੰਨੀ ਸੁਰਤ ਸਮਾਏ, ਪੈਰੀਂ ਚੱਲੈ ਹੱਥੀਂ ਕਰਨਾ ਦਿੱਤਾ ਪਹਿਨੇ ਖਾਏ। ਪਰ ਨਾਲ ਹੀ ਸਾਡੇ ਜੀਵਨ ਤੇ ਟਕੋਰ ਕਰਦਿਆਂ ਕਿਹਾ, ਜਿਨ ਰਚ ਰਚਿਆ ਤੇ ਸਹਿ ਨਾ ਜਾਣੈ। ਜਿਸ ਨੇ ਸਾਡੀ ਇਹ ਰਚਨਾ ਕੀਤੀ ਹੈ, ਗੌਰ ਕਰਨਾ, ਅਸੀਂ ਤੇ ਸਾਰੀਆਂ ਪਲੈਨਿੰਗਾਂ ਉਦੋਂ ਸ਼ੁਰੂ ਕੀਤੀਆਂ ਜਦੋਂ ਸੰਸਾਰ ਦੇ ਵਿੱਚ ਆ ਕੇ ਸਾਡੀ ਬੁੱਧੀ ਥੋੜੀ ਵਿਕਸਿਤ ਹੋਈ, ਅਸੀਂ ਸੋਚਣ ਲੱਗੇ ਕੀ ਹੋਵੇ ਕੀ ਨਾ ਹੋਵੇ। ਉਦੋਂ ਅਸੀਂ ਬੜਾ ਕੁਝ ਕਿਹਾ, ਕੁਦਰਤ ਬਾਰੇ ਵੀ ਬਹੁਤ ਕੁਝ ਆਖਿਆ ਤੇ ਕਾਦਰ ਬਾਰੇ ਵੀ ਬਹੁਤ ਕੁਝ ਆਖਿਆ। ਫਿਰ ਅਸੀਂ ਪਲੈਨਿੰਗਾਂ ਕਰਨ ਲੱਗੇ, ਆਪਣੇ ਜੀਵਨ ਦੀਆਂ ਵਿਉਂਤਬੰਦੀਆਂ ਕਰਨ ਲੱਗੇ ਤੇ ਆਪਣੀ ਬੁੱਧੀ ਦੇ ਦਾਇਰੇ ਦੀ ਵਿਉਂਤਬੰਦੀ ਕਰਦਿਆਂ ਕਰਦਿਆਂ ਅਸੀਂ ਆਖਿਆ, ਇਹ ਸ੍ਰਿਸ਼ਟੀ ਐਵੇਂ ਨਹੀਂ ਐਵੇਂ ਦੀ ਹੋਣੀ ਚਾਹੀਦੀ ਸੀ। ਇਹ ਸੰਸਾਰ ਦਰਅਸਲ ਐਵੇਂ ਦਾ ਨਹੀਂ ਐਵੇਂ ਦਾ। ਬੜਾ ਕੁਝ ਉਸ ਕਾਦਰ ਬਾਰੇ ਆਖਿਆ ਗਿਆ, ਬੜਾ ਕੁਝ ਉਸ ਦੀ ਕੁਦਰਤ ਬਾਰੇ ਕਹਿਣ ਲੱਗਿਆ ਮਨੁੱਖ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਇਹ ਸਾਡਾ ਸਾਰਾ ਇੱਕ ਜ਼ੋਰ ਹੈ, ਇਹ ਸਾਡੀ ਇੱਕ ਤਾਕਤ ਹੈ ਜਿਹੜੀ ਅਸੀਂ ਆਪਣੀ ਵਰਤਦੇ ਹਾਂ ਇਸ ਪਾਸੇ ਵੱਲ। ਪਰ ਅਸੀਂ ਪਲਾਨ ਕੱਖ ਵੀ ਨਹੀਂ ਕੀਤਾ। ਅਸੀਂ ਕੇਵਲ ਆਪਣੇ ਜੀਵਨ ਦੀਆਂ ਵਿਉਂਤਬੰਦੀਆਂ ਜ਼ਰੂਰ ਘੜਦੇ ਹਾਂ, ਉਹਨਾਂ ਨੂੰ ਸਿਰੇ ਚਾੜਨ ਲਈ ਉਦਮ ਵੀ ਕਰਦੇ ਹਾਂ, ਪਰ ਉਦਮ ਦੀ ਦਾਤ ਤੇ ਇਹ ਸੋਚਣ ਸ਼ਕਤੀ ਵੀ ਕੁਦਰਤ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਤਾਂ ਸਭੋ ਕੁਝ ਚੱਲ ਰਿਹਾ। ਇਹ ਤੇ ਗੌਰ ਕਰਨਾ, ਜਿਹੋ ਜੀ ਵਿਉਂਤਬੰਦੀ ਦੂਸਰਾ ਕਰ ਰਿਹਾ, ਮੇਰੇ ਕੋਲੋਂ ਕਿਉਂ ਨਹੀਂ ਹੋ ਰਹੀ। ਜਾਂ ਤਾਂ ਹੋਵੇ ਸਭਨਾ ਮਨੁੱਖਾਂ ਦੇ ਅੰਦਰ ਇੱਕੋ ਜਿਹੀ ਗੱਲ ਹੈ ਤੇ ਸਾਰੇ ਇੱਕੋ ਜਿਹੀ ਪਲੈਨਿੰਗ ਕਰਦੇ ਨੇ, ਇੱਕੋ ਜਿਹੀ ਹੋਂਦ ਹਸਤੀ ਤੇ ਤਾਕਤ ਰੱਖਦੇ ਨੇ, ਐਸਾ ਨਹੀਂ ਹੈ। ਹਰ ਵਿੱਚ ਵੱਖਰੇ ਵੱਖਰੇ ਗੁਣ ਨੇ, ਵੱਖਰੀ ਵੱਖਰੀ ਕੁਆਲਿਟੀ, ਵੱਖਰਾ ਵੱਖਰੀ ਖੂਬੀ ਹੈ। ਹੁਣ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਇਹ ਭਾਵ ਸਮਝੋ ਵੀ ਜਿਸ ਤਰ੍ਹਾਂ ਦੀ ਕਿਸੇ ਮਨੁੱਖ ਦੇ ਅੰਦਰ ਦੂਸਰੇ ਵਿੱਚ ਖੂਬੀ ਹੈ, ਉਹੋ ਜੀ ਮੇਰੇ ਕੋਲ ਕਿਉਂ ਨਹੀਂ। ਅਸੀਂ ਸਾਰੇ ਕਹਿੰਦੇ ਤੇ ਹਾਂ, ਪਰ ਮਨੁੱਖ ਦੇ ਜੀਵਨ ਦੀਆਂ ਵੀ ਕੁਝ ਹੱਦਬੰਦੀਆਂ ਨੇ। ਸਾਡਾ ਜੀਵਨ ਵੀ ਕਿਸੇ ਹੱਦਬੰਦੀ ਵਿੱਚ ਗੁਜ਼ਰ ਰਿਹਾ ਹੈ। ਇਹਦਾ ਮਤਲਬ ਹੈ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਅਸੀਂ ਚਾਹ ਕੇ ਵੀ ਆਪਣੇ ਜੀਵਨ ਵਿੱਚ ਪੈਦਾ ਨਹੀਂ ਕਰ ਸਕਦੇ। ਅਕਾਲ ਪੁਰਖ ਦੀ ਬਖਸ਼ਿਸ਼ ਕਿਹਾ ਗਿਆ ਹੈ ਇਸ ਨੂੰ ਬਾਣੀ ਦੇ ਅੰਦਰ। ਉੱਥੇ ਜਾ ਕੇ ਫਿਰ ਹਜ਼ੂਰ ਨੇ ਬਾਣੀ 'ਚ ਸਮਝਾਇਆ, ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ। ਉਛਲ ਕੂਦ ਤੇ ਅਸੀਂ ਸਾਰੇ ਚਾਹੁੰਦੇ ਤਾਂ ਅਸੀਂ ਸਾਰੇ ਬਹੁਤ ਕੁਝ ਹਾਂ, ਪਰ ਪ੍ਰਾਪਤੀਆਂ ਉਨੀਆਂ ਕੀ ਹੁੰਦੀਆਂ ਨੇ ਜਿੰਨੀਆਂ ਕਿ ਕੁਦਰਤ ਦੇ ਨਿਯਮਾਂ ਅਨੁਸਾਰ ਸਾਨੂੰ ਠੀਕ ਨੇ, ਉਸ ਤੋਂ ਵਧੇਰੇ ਨਹੀਂ। ਇਸ ਵਾਸਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਉਸ ਕਰਤੇ ਦੀ ਸਿਰਜਣਹਾਰ ਦੀ ਬਖਸ਼ਿਸ਼ ਆਖਿਆ ਵੀ ਜੋ ਵੀ ਮਿਲ ਰਿਹਾ ਸਾਨੂੰ, ਜਿਹੋ ਜੇ ਵੀ ਅਸੀਂ ਹਾਂ, ਸਾਡਾ ਵਜੂਦ, ਸਾਡੀ ਹੋਂਦ ਉਸ ਅਕਾਲ ਪੁਰਖ ਦੀ ਬਖਸ਼ਿਸ਼ ਉੱਤੇ ਟਿਕੀ ਹੋਈ ਹੈ, ਨਾ ਕਿ ਸਾਡੀ ਵਿਉਂਤਬੰਦੀ ਉੱਤੇ, ਨਾ ਕਿ ਸਾਡੀ ਆਪਣੀ ਸਮਰੱਥਾ ਉੱਤੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਸਨੇ ਸਾਨੂੰ ਜੀਓ, ਪਿੰਡ, ਜਿੰਦ ਤੇ ਪਿੰਡ ਸਾਜ ਕੇ, ਸਰੀਰ ਸਾਜ ਕੇ, ਕਰ ਕਿਰਪਾ ਦਿੱਤੀਨ ਜਿੰਦ, ਜਿਸ ਨੇ ਸਾਡੇ ਅੰਦਰ ਹਰਕਤ ਕਰਨ ਦੀ ਤਾਕਤ ਪੈਦਾ ਕਰ ਦਿੱਤੀ। ਜਿੰਦ ਦਾ ਮਤਲਬ ਹੈ ਜਿਹੜੀ ਹਰਕਤ ਕਰਦੀ ਹੈ ਸਾਡੇ ਅੰਦਰ ਸੱਤਾ, ਤਾਕਤ। ਅਸੀਂ ਵੇਖ ਰਹੇ ਹਾਂ, ਸੁਣ ਰਹੇ ਹਾਂ, ਬੋਲ ਰਹੇ ਹਾਂ, ਹਰਕਤ ਕਰ ਰਹੇ ਹਾਂ, ਸਰੀਰ ਦੇ ਨਾਲ ਕਰਮ ਹੋ ਰਹੇ, ਗਤੀਸ਼ੀਲ ਹਾਂ, ਕਿਰਿਆਸ਼ੀਲ ਹਾਂ। ਇਹ ਸਾਰਾ ਕੁਝ ਕਾਹਦੇ ਲਈ ਹੈ, ਕਿਵੇਂ ਹੋ ਰਿਹਾ ਹੈ? ਕਿਉਂਕਿ ਸਾਡੇ ਅੰਦਰ ਕੋਈ ਐਸੀ ਸੱਤਾ ਹੈ, ਤਾਕਤ ਹੈ।
ਇਹੋ ਹੀ ਸਰੀਰ ਹੁੰਦਾ ਹੈ ਜਿਸ ਵੇਲੇ ਇਸ ਦੇ ਅੰਦਰੋਂ ਪ੍ਰਾਣ ਪੰਖੇਰੂ ਉੱਡ ਜਾਂਦੇ ਨੇ, ਜਿੰਦ ਨਿਕਲ ਜਾਂਦੀ ਹੈ, ਇਹ ਹਰਕਤ ਕਰਨੋਂ ਰੁਕ ਜਾਂਦਾ ਹੈ। ਅੱਖਾਂ ਵੀ ਉਹੋ ਹੀ ਹੁੰਦੀਆਂ ਨੇ, ਕੰਨ ਵੀ ਉਹੋ ਹੀ ਹੁੰਦੇ ਨੇ, ਸਰੀਰ ਸਾਰਾ ਹੀ ਉਹੋ ਹੈ। ਤੋ ਅੰਦਰੂਨੀ ਬਹਿਰੂਨੀ ਹਰ ਤਰ੍ਹਾਂ ਦੀਆਂ ਹਰਕਤਾਂ ਇਸ ਦੀਆਂ ਸਟਾਪ ਹੋ ਜਾਂਦੀਆਂ ਨੇ, ਬੰਦ ਹੋ ਜਾਂਦੀਆਂ ਨੇ। ਇਸ ਨੂੰ ਆਵਾਜ਼ਾਂ ਦਿਓ, ਹਰਕਤ ਕਰਨ ਵਾਸਤੇ ਪ੍ਰੇਰਣਾ ਕਰੋ, ਕੱਖ ਨਹੀਂ, ਮਿੱਟੀ ਹੈ। ਇਸ ਵਾਸਤੇ ਬਾਣੀ ਨੇ ਉਸ ਸੱਤਾ ਨੂੰ ਜਿੰਦ ਵੀ ਕਹਿ ਲਿਆ, ਉਸ ਸੱਤਾ ਨੂੰ ਆਤਮਾ ਵੀ ਕਹਿ ਲਿਆ। ਬਾਣੀ ਨੇ ਉਸ ਨੂੰ ਹੰਸ ਵੀ, ਭੌਰ ਵੀ ਆਖਿਆ ਔਰ ਚੇਤਨਾ ਵੀ ਕਹਿ ਦਿੱਤਾ ਹੈ, ਜੋਤ ਵੀ ਆਖ ਦਿੱਤਾ ਹੈ। ਇਹ ਸਾਰੇ ਹੀ ਸ਼ਬਦ ਉਸ ਸੱਤਾ ਲਈ ਵਰਤੇ ਗਏ ਨੇ ਜਿਹੜੀ ਸਾਡੇ ਸਰੀਰ ਨੂੰ ਹਰਕਤ ਕਰਨ ਵਾਲੇ ਪਾਸੇ ਤੋਰਦੀ ਹੈ, ਜਿਹੜੀ ਸਾਡੇ ਅੰਦਰ ਕੰਮ ਕਰ ਰਹੀ ਹੈ। ਤੋ ਦਾਤਾਰ ਜੀ ਕਹਿੰਦੇ ਨੇ, ਕਰ ਕਿਰਪਾ ਦਿੱਤੀਨ ਜਿੰਦ, ਉਹ ਸਾਡੇ ਸਰੀਰ ਦੀ ਸਾਜਣਾ ਕਰਕੇ, ਪਲ ਇਸ ਨੂੰ ਸਾਜ ਕੇ, ਇਸ ਨੂੰ ਬਣਤਰ ਇਹਦੀ ਘੜ ਕੇ, ਇਹਦਾ ਵਜੂਦ ਪੈਦਾ ਕਰਕੇ, ਇਹਦੇ ਵਿੱਚ ਉਸ ਕਰਤੇ ਨੇ ਆਪਣੀ ਜਿੰਦ, ਆਪਣੀ ਸੱਤਾ ਟਿਕਾ ਦਿੱਤੀ ਹੈ। ਤੇ ਨਾਲ ਹੀ ਅੱਗੇ ਸਤਿਗੁਰੂ ਜੀ ਆਖਦੇ ਨੇ, ਗੁਰ ਸ਼ਬਦੀ ਆਰਾਧੀਐ ਜਪੀਐ ਨਿਰਮਲ ਮੰਤ। ਇਸ ਵਾਸਤੇ ਹੈ ਭਾਈ, ਜਿਸ ਨੇ ਇਹ ਸਾਡੀ ਘਾੜਤ, ਸਾਡਾ ਵਜੂਦ, ਸਾਡੀ ਹੋਂਦ ਕਾਇਮ ਕੀਤੀ ਹੈ, ਫਿਰ ਉਸ ਅਕਾਲ ਪੁਰਖ ਪ੍ਰਭੂ ਨੂੰ ਅਸੀਂ ਕਿਉਂ ਨਾ ਆਰਾਧੀਏ। ਗੁਰੂ ਦੇ ਸ਼ਬਦ ਰਾਹੀਂ ਸਦਾ ਉਸ ਨੂੰ ਆਰਾਧਨਾ ਚਾਹੀਦਾ, ਉਸ ਨੂੰ ਚਿੱਤ ਵਿੱਚ ਰੱਖਣਾ ਚਾਹੀਦਾ, ਉਹਦੀ ਯਾਦ, ਉਹਦੇ ਗੁਣਾਂ ਦਾ ਖਿਆਲ, ਉਹਦੀ ਹੋਂਦ ਦਾ ਖਿਆਲ ਕਰਨਾ ਚਾਹੀਦਾ, ਆਪਣੀ ਲਗਨ ਦਾ ਮੋੜਾ ਉਸ ਪਾਸੇ ਪਾਉਣਾ ਚਾਹੀਦਾ ਹੈ। ਜਪੀਐ ਨਿਰਮਲ ਮੰਤ, ਮੰਤ ਦਾ ਅਰਥ ਹੁੰਦਾ ਹੈ ਮੰਤਰ ਉਪਦੇਸ਼। ਉਸ ਪ੍ਰਭੂ ਦੇ ਗੁਣਾਂ ਦਾ ਨਿਰਮਲ ਪਵਿੱਤਰ ਕਰ ਦੇਣ ਵਾਲਾ ਉਪਦੇਸ਼ ਜਪਣਾ ਚਾਹੀਦਾ ਹੈ, ਉਸ ਨੂੰ ਆਪਣੇ ਮਨ ਹਿਰਦੇ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ। ਕੀਮਤ ਕਹਿਣ ਨਾ ਜਾਈਐ ਪਰਮੇਸ਼ਰ ਬੇਅੰਤ। ਸਤਿਗੁਰੂ ਕਹਿੰਦੇ ਉਹਦੀ ਕੀਮਤ, ਉਹਦਾ ਵੱਡਪਣ, ਉਹਦੀ ਵਡਿਆਈ ਨੂੰ ਪੂਰਨ ਰੂਪ ਵਿੱਚ ਕੋਈ ਬਿਆਨ ਨਹੀਂ ਕਰ ਸਕਦਾ, ਕਿਉਂਕਿ ਪਰਮੇਸ਼ਰ ਬੇਅੰਤ। ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਐਕਸਪਲੇਨੇਸ਼ਨ ਕਰਨੀ, ਬਿਆਨ ਕਰਨਾ, ਉਹਦੇ ਬਾਰੇ ਕੁਝ ਕਹਿ ਕੇ ਦਾਅਵਾ ਕਰ ਦੇਣਾ ਵੀ ਜੋ ਮੈਂ ਕਥਨ ਕਰ ਦਿੱਤਾ ਹੈ ਬਸ ਇਹੀ ਆਖਰੀ ਫੈਸਲਾ ਹੈ, ਇਹੀ ਆਖਰੀ ਵਿਚਾਰ ਹੈ, ਉਹਦੇ ਬਾਬਤ ਇਸ ਤੋਂ ਅੱਗੇ ਹੁਣ ਬਸ। ਗੁਰੂ ਮਹਾਰਾਜ ਕਹਿੰਦੇ ਕਿਤਨੀ ਦੁਨੀਆ ਹੋਈ ਸੰਸਾਰ ਵਿੱਚ, ਤੁਸੀਂ ਅੰਦਾਜ਼ਾ ਲਾਓ। ਬਾਣੀ ਦਾ ਇੱਕ ਬਚਨ ਯਾਦ ਰੱਖੀਏ, ਜੇ ਹੋਂ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਏ। ਪਾਤਸ਼ਾਹ ਕਹਿੰਦੇ ਜੇ ਹੋਂ ਜਾਣਾ, ਜੇ ਮੈਂ ਕੁਝ ਜਾਣ ਵੀ ਲਵਾਂ ਨਾ, ਮੈਨੂੰ ਕੁਝ ਸਮਝ ਆ ਵੀ ਜਾਵੇ, ਜੇ ਹੋਂ ਜਾਣਾ, ਜੇ ਮੈਂ ਇਹ ਜਾਣਾ ਵੀ ਮੈਂ ਕੁਝ ਕਹਿ ਸਕਦਾ, ਮੈਂ ਕੁਝ ਕਥਨ ਕਰ ਸਕਦਾ ਹਾਂ, ਤੇ ਦਾਤਾਰ ਕਹਿੰਦੇ ਜੇ ਹੋਂ ਜਾਣਾ ਆਖਾਂ ਨਾਹੀ, ਜੇ ਮੈਂ ਇਹ ਸੋਚਾਂ ਵੀ ਮੈਂ ਕੁਝ ਕਹਿ ਸਕਦਾ, ਐਕਸਪਲੇਨ ਕਰ ਸਕਦਾ ਉਸ ਨੂੰ। ਪਾਤਸ਼ਾਹ ਕਹਿੰਦੇ ਨੇ ਕੁਝ ਨਾ ਕੁਝ ਅਸੀਂ ਜਿੰਨਾ ਕੁ ਜਾਣਦੇ ਹਾਂ, ਸੋਚਦੇ ਹਾਂ, ਵਿਚਾਰ ਸੱਤਾ ਸਾਡੀ ਕੰਮ ਕਰਦੀ, ਉਹਨਾਂ ਕੁ ਅਸੀਂ ਇੱਕ ਦੂਜੇ ਨਾਲ ਸਾਂਝ ਕਰਦੇ ਹਾਂ ਵਿਚਾਰਾਂ ਦੀ। ਪਰ ਜੇ ਕੋਈ ਆਖੇ ਵੀ ਮੈਂ ਬਿਆਨ ਕਰਦੇ ਹਾਂ ਉਸ ਸਾਰੀ ਗੱਲ ਨੂੰ, ਕੁਦਰਤ ਦਾ ਜੋ ਵਰਤਾਰਾ ਹੈ, ਕਾਦਰ ਦਾ ਜੋ ਸਾਰੇ ਪਾਸੇ ਵਰਤਾਰਾ ਵਰਤ ਰਿਹਾ, ਤਾਂ ਮਹਾਰਾਜ ਕਹਿੰਦੇ ਕਹਿਣਾ ਕਥਨ ਨਾ ਜਾਏ। ਉਸ ਨੂੰ ਕਹਿਣ ਵਿੱਚ ਤੇ ਕਥਨ ਕਰਨ ਵਿੱਚ ਲਿਆਂਦਾ ਨਹੀਂ ਜਾ ਸਕਦਾ। ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਬਚਨ ਕਹਿੰਦਿਆਂ ਹੋਇਆ ਕਈ ਵਾਰ ਉਹਨਾਂ ਨੇ ਸ਼ਬਦ ਆਪਣੀ ਬਾਣੀ ਦੇ ਵਿੱਚ ਵਰਤੇ। ਇੱਕ ਜਗ੍ਹਾ ਤੇ ਤਾਂ ਉਹ ਇਹ ਕਹਿੰਦੇ ਨੇ, ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਓ, ਚੰਦ ਸੂਰਜ ਦੋਇ ਗੁਫਾ ਨਾ ਦੇਖਾਂ ਸੁਪਨੇ ਸੌਣ ਨਾ ਥਾਉ, ਭੀ ਤੇਰੀ ਕੀਮਤ ਨਾ ਪਵੈ ਹਉ ਕੇਵਡ ਆਖਾਂ ਨਾਉ। ਤੂੰ ਦਾਤਾਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਜਿਸ ਮਨ ਵਸੈ ਨਾਰਾਇਣੋ ਸੋ ਕਹੀਐ ਭਗਵੰਤ। ਜਿਸ ਦੇ ਮਨ ਵਿੱਚ ਉਹ ਅਕਾਲ ਪੁਰਖ ਪ੍ਰਭੂ ਦੀ ਯਾਦ ਗੁਣ ਵਸ ਜਾਂਦੇ ਨੇ, ਜਿਹੜਾ ਉਹਦੇ ਹੁਕਮ ਅਨੁਸਾਰੀ ਜੀਵਨ ਬਤੀਤ ਕਰਦਾ ਹੈ, ਉਹਨੂੰ ਭਾਗਾਂ ਵਾਲਾ ਕਹਿਣਾ ਚਾਹੀਦਾ। ਅਸੀਂ ਆਮ ਰੂਪ ਵਿੱਚ ਇਹ ਗੱਲ ਕਹਿੰਦੇ ਹਾਂ, ਕੌਣ ਵਡਭਾਗੀ ਤੇ ਕੌਣ ਕਿਸਮਤ ਵਾਲਾ ਤੇ ਕੌਣ ਬਦਕਿਸਮਤ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਨਿਰਣੈ ਵੀ ਉਹ ਅਸਲ ਭਾਗਾਂ ਵਾਲਾ ਹੈ ਜਿਸ ਦੇ ਮਨ ਵਿੱਚ ਉਹਦੀ ਯਾਦ ਤੇ ਉਹਦੇ ਗੁਣ ਵਸ ਜਾਂਦੇ ਨੇ। ਜੀ ਕੀ ਲੋਚਾ ਪੂਰੀ ਹੈ ਮਿਲੇ ਸੁਆਮੀ ਕੰਤ। ਪਾਤਸ਼ਾਹ ਕਹਿੰਦੇ ਨੇ ਮਨ ਉਸ ਦੇ ਜੀ ਦੀਆਂ, ਹਿਰਦੇ ਦੀਆਂ ਸਾਰੀਆਂ ਲੋਚਾਂ ਤੇ ਇਛਾਵਾਂ ਪੂਰਨ ਹੋ ਗਈਆਂ ਜਿਸ ਨੂੰ ਉਹ ਸੁਆਮੀ, ਮਾਲਕ, ਕੰਤ, ਪਤੀ ਪਰਮੇਸ਼ਰ ਪ੍ਰਭੂ ਮਿਲ ਜਾਂਦਾ ਹੈ। ਉਹਦੇ ਅੰਦਰ ਦੀਆਂ ਸਭ ਭੁੱਖਾਂ, ਸਭ ਤੋਟਾਂ ਨਿਕਲ ਜਾਂਦੀਆਂ ਨੇ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ, ਵੈਸੇ ਲੋਚ ਦਾ ਅਰਥ ਹੁੰਦਾ ਹੈ ਮਨ ਦੀ ਇੱਛਾ, ਮਨ ਦੀ ਇਹ ਤਾਂਘ, ਕਿਉਂਕਿ ਇੱਥੇ ਇੱਕ ਟੌਪਿਕ ਚੱਲ ਰਿਹਾ ਸਾਰੀ ਬਾਣੀ ਦਾ ਵੀ ਸੰਤ ਆਰਾਧਨ ਸਦ ਸਦਾ। ਐਸੇ ਪਿਆਰਿਆਂ ਦੀ ਮਨ ਦੀ ਮਾਨੋ ਇਹ ਤਾਂਘ ਉਸ ਪ੍ਰਭੂ ਦੇ ਮਿਲਾਪ ਵਾਲੀ ਪੂਰੀ ਹੋ ਜਾਂਦੀ ਹੈ ਜਿਨ੍ਹਾਂ ਦੇ ਮਨ ਵਿੱਚ ਉਸ ਪ੍ਰਭੂ ਦੇ ਗੁਣ ਵਸ ਜਾਂਦੇ ਨੇ, ਉਹ ਸਦਾ ਉਹਦੇ ਹੋ ਨਿਬੜਦੇ ਨੇ। ਔਰ ਨਾਲ ਹੀ ਅਗਲੀ ਗੱਲ ਇਹ ਕਹਿ ਦਿੱਤੀ ਸਤਿਗੁਰੂ ਮਹਾਰਾਜ ਨੇ, ਉਹ ਭਾਗਾਂ ਵਾਲੇ ਨੇ, ਉਹਨਾਂ ਦੀ ਲੋਚਾ ਪੂਰੀ ਹੋ ਗਈ। ਨਾਨਕ ਜੀਵੈ ਜਪ ਹਰੀ ਦੋਖ ਸਭੇ ਹੀ ਹੰਤ। ਪਾਤਸ਼ਾਹ ਕਹਿੰਦੇ ਨੇ ਨਾਨਕ ਜੀਵੈ ਜਪ ਹਰੀ, ਮੈਂ ਆਤਮਿਕ ਜੀਵਨ ਜਿਉਂਦਾ ਹਾਂ ਹਰੀ ਨੂੰ, ਪ੍ਰਭੂ ਨੂੰ ਜਪ ਕੇ, ਉਹਦੇ ਗੁਣ ਮਨ ਵਿੱਚ ਦ੍ਰਿੜ ਕਰਕੇ ਵਸਾ ਕੇ, ਕਿਉਂਕਿ ਉਹਦੇ ਗੁਣ, ਉਹਦੀ ਵਡਿਆਈ ਤੇ ਉਹਦਾ ਨਾਮ ਦੋਖ ਸਭੇ, ਦੋਖ ਦਾ ਅਰਥ ਐਬ, ਮੇਰੇ ਜੀਵਨ ਦੇ ਸਾਰੇ ਐਬ ਤੇ ਪਾਪ, ਹੰਤ ਦਾ ਮਤਲਬ ਹੁੰਦਾ ਹੈ ਹੱਥ ਦੇਣ ਵਾਲਾ ਹੈ, ਨਾਸ਼ ਕਰ ਦੇਣ ਵਾਲਾ ਹੈ। ਉਹਦੀ ਵਡਿਆਈ ਤੇ ਉਹਦੇ ਗੁਣ ਮੇਰੇ ਅੰਦਰ ਦੇ ਦੋਖ ਤੇ ਐਬ ਨਾਸ਼ ਕਰ ਦਿੰਦੇ ਨੇ। ਔਰ ਇਹ ਦਾਤ ਅਕਾਲ ਪੁਰਖ ਦੀ ਯਾਦ ਦੀ ਗੁਰੂ ਰਾਹੀਂ ਪ੍ਰਾਪਤ ਹੋਈ, ਜਿਸ ਨੂੰ ਮਹਾਰਾਜ ਨੇ ਬਾਣੀ ਦੇ ਵਿੱਚ ਫਰਮਾਇਆ ਕਿ ਗੁਰ ਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ, ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰ ਪੂਰੇ ਕਾ ਜਪਿਆ ਜਾਪ, ਕਹਾ ਕਰੇ ਕੋਈ ਬੇਚਾਰਾ, ਪ੍ਰਭ ਮੇਰੇ ਕਾ ਬੜ ਪ੍ਰਤਾਪ। ਅੰਦਰ ਦੇ ਦੁੱਖ, ਅੰਦਰ ਦੇ ਐਬ, ਅੰਦਰ ਦੇ ਗੁਨਾਹ, ਅੰਦਰ ਦੀ ਪਾਪ ਵਾਲੀ ਪ੍ਰਵਿਰਤੀ ਤੇ ਸੁਭਾਅ ਅੰਦਰੋਂ ਮਿਟ ਗਿਆ। ਬੁਰੇ ਖਿਆਲਾਂ ਦਾ ਬਣਦਾ ਹੋਇਆ ਜਮ ਘਟਾ ਤੇ ਸਰਕਲ ਅੰਦਰੋਂ ਟੁੱਟ ਗਿਆ। ਇਸ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਦੋਖ ਸਭੇ ਹੀ ਹੰਤ। ਦਿਨ ਰੈਣ ਜਿਸ ਨਾ ਵਿਸਰੈ, ਸੋ ਹਰਿਆ ਹੋਵੈ ਜੰਤ। ਪਾਤਸ਼ਾਹ ਕਹਿੰਦੇ ਨੇ ਦਿਨ ਰੈਣ ਭਾਵ ਹਰ ਵੇਲੇ, ਹਰ ਘੜੀ ਜਿਹਦੀ ਯਾਦ ਵਿੱਚ ਉਹ ਹੈ, ਜਿਸ ਨੂੰ ਕਦੇ ਭੁੱਲਦਾ ਨਹੀਂ, ਕਦੇ ਵਿਸਰਦਾ ਨਹੀਂ, ਭਾਵ ਜਿਹੜਾ ਉਸ ਕੁਦਰਤੀ ਸੱਤਾ ਦੀ ਹੋਂਦ ਦੇ ਅਹਿਸਾਸ ਵਿੱਚ ਜਿਉਂਦਾ ਹੈ ਤੇ ਸਦਾ ਇਹ ਅਹਿਸਾਸ ਆਪਣੇ ਮਨ ਵਿੱਚ ਰੱਖਦਾ ਹੈ। ਸੋ ਹਰਿਆ ਹੋਵੇ ਜੰਤ, ਉਹ ਜੰਤ ਸਦਾ ਹਰਿਆ ਭਰਿਆ ਰਹਿੰਦਾ ਹੈ। ਹਰੇ ਦਾ ਭਾਵ ਹੁੰਦਾ ਹੈ ਵੀ ਉਹ ਆਤਮਿਕ ਗੁਣਾਂ ਨਾਲ ਪ੍ਰਫੁੱਲਤ ਰਹਿੰਦਾ ਹੈ, ਉਹਦਾ ਮਨ ਸਦਾ ਵਿਗਾਸ ਤੇ ਖੇੜੇ ਵਿੱਚ ਰਹਿੰਦਾ ਹੈ। ਇੱਕ ਉਦਾਹਰਣ ਸਮਝਣਾ, ਕੋਈ ਦਰਖਤ ਜਿਹਦੀਆਂ ਜੜ੍ਹਾਂ ਜ਼ਮੀਨ ਵਿੱਚ ਲੱਗੀਆਂ ਨੇ ਪਰ ਉੱਪਰੋਂ ਸਾਰਾ ਸੁੱਕਾ ਹੋਇਆ, ਐਸੇ ਦਰਖਤ ਹੁੰਦੇ ਨੇ ਜਿਹੜੇ ਖੜੇ ਤੇ ਹਨ ਪਰ ਬਿਲਕੁਲ ਸੁੱਕੇ ਹਨ, ਯਾਨੀ ਕਿ ਉਹਦੀ ਜੜ ਜ਼ਮੀਨ ਵਿੱਚ ਤੇ ਹੈ, ਉਹਨੂੰ ਆਸਰਾ ਤੇ ਮਿਲਿਆ ਹੋਇਆ ਖਲੋਣ ਦਾ, ਪਰ ਉਹਦੀ ਜੜ ਥੱਲਿਓਂ ਸੁੱਕ ਗਈ ਹੈ ਕਿਸੇ ਰੋਗ ਬਿਮਾਰੀ ਦੇ ਕਾਰਨ। ਉਹ ਖੜਾ ਤੇ ਹੈ ਜ਼ਮੀਨ ਵਿੱਚ ਪਰ ਉਹਨੂੰ ਨਾ ਕੋਈ ਫੁੱਲ ਹੈ, ਨਾ ਉਹ ਪ੍ਰਫੁੱਲਤ ਹੋਇਆ ਤੇ ਬਿਲਕੁਲ ਸੁੱਕ ਗਿਆ, ਸੁੱਕੀ ਲੱਕੜ ਖੜੀ ਹੈ। ਹੁਣ ਧੁੱਪ ਦਾ, ਗਰਮੀ ਦਾ, ਤਪਸ਼ ਦਾ ਸ਼ਿਕਾਰ ਕੋਈ ਬੰਦਾ ਆ ਕੇ ਵੀ ਮੈਂ ਇਹਦੀ ਜਾ ਕੇ ਛਾਵੇਂ ਬਹਿ ਜਾਵਾਂ, ਕੀ ਉਹ ਸੁੱਕਾ ਦਰਖਤ ਕਿਸੇ ਨੂੰ ਛਾਂ ਦੇਣ ਦੀ ਤਾਕਤ ਰੱਖਦਾ? ਉਹ ਸੁੱਕੇ ਦਰਖਤ ਤੋਂ ਕਿਸੇ ਨੂੰ ਫਲ, ਪੱਤੇ ਜਾਂ ਫੁੱਲ ਮਿਲ ਸਕਦੇ ਨੇ? ਕਤਈ ਨਹੀਂ ਮਿਲ ਸਕਦੇ। ਇਸੇ ਤਰ੍ਹਾਂ ਅਸੀਂ ਸਾਰੇ ਹੀ, ਭਾਵੇਂ ਅਸੀਂ ਇੱਕ ਦੂਸਰੇ ਦਾ ਆਸਰਾ ਤੱਕਦੇ ਹਾਂ ਵੀ ਇਸ ਕੋਲ ਬੈਠੋ, ਇਹਦੇ ਕੋਲੋਂ ਸ਼ਾਇਦ ਕੋਈ ਜੀਵਨ ਦਾ ਸੁੱਖ, ਆਰਾਮ, ਚੈਨ ਤੇ ਸਕੂਨ ਮਿਲੇ, ਉਸ ਕੋਲ ਬੈਠੋ, ਪਰ ਮਿਲੇਗਾ ਉਹਦੇ ਕੋਲੋਂ ਹੀ ਜਿਹਦੇ ਅੰਦਰ ਕੋਈ ਚੰਗੀ ਖੂਬੀ ਤੇ ਚੰਗਾ ਗੁਣ ਹੈ। ਉਹਦੀ ਛਾਂ ਵਿੱਚ ਬੈਠ ਕੇ ਅਸੀਂ ਕੋਈ ਆਪਣਾ ਜੀਵਨ ਜਿਹੜਾ ਹੈ, ਉਹਦੀ ਤਪਸ਼, ਉਹਦੀ ਅੰਦਰ ਦਾ ਦੁੱਖ ਘਟਾ ਸਕਦੇ ਹਾਂ। ਇਸ ਵਾਸਤੇ ਗੁਰੂ ਮਹਾਰਾਜ ਨੇ ਆਖਿਆ ਉਹ ਹਰੇ ਭਰੇ ਜੀਵਨ ਵਾਲੇ ਹਨ। ਗੁਰੂ ਅਰਜਨ ਸਾਹਿਬ ਜੀ ਦਾ ਇਹ ਸ਼ਲੋਕ ਅਸੀਂ ਰੋਜ਼ ਪੜ੍ਹਦੇ ਹਾਂ ਨਿਤਨੇਮ ਦੀ ਬਾਣੀ ਦੇ ਵਿੱਚ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਮਨ ਹਰਿਆ ਹੁੰਦਾ ਜਿਸ ਵੇਲੇ ਮਨ ਅੰਦਰ ਰੱਬੀ ਗੁਣ ਵਸ ਜਾਣ, ਤੇ ਤਨ ਹਰਿਆ ਹੁੰਦਾ ਜਦੋਂ ਸਾਡੇ ਗਿਆਨ ਇੰਦਰੀ ਉਹਨਾਂ ਗੁਣਾਂ ਦਾ ਪ੍ਰੈਕਟਿਸ ਕਰਕੇ ਨੇਕ ਅਮਲ ਤੇ ਕਰਮਾਂ ਵਾਲੇ ਬਣ ਜਾਣ। ਐਸੇ ਮਨੁੱਖ ਦੀ ਸੋਭਤ ਤੇ ਸੰਗਤ ਵਿੱਚ ਅਸੀਂ ਸੰਤੁਸ਼ਟੀ, ਸੁੱਖ ਤੇ ਚੈਨ, ਸਕੂਨ ਮਹਿਸੂਸ ਕਰਦੇ ਹਾਂ। ਦੂਜਿਆਂ ਦੀ ਸੋਭਤ ਵਿੱਚ ਅਸੀਂ ਬੇਚੈਨੀ ਤੇ ਦੁੱਖ ਮਹਿਸੂਸ ਕਰਦੇ ਹਾਂ, ਖਤਰਾ ਮਹਿਸੂਸ ਕਰਦੇ ਹਾਂ। ਤੋ ਠੰਡੜੀ ਛਾਂ ਵਰਗੇ ਹਨ ਕਿਉਂਕਿ ਉਹ ਹਰੇ ਭਰੇ ਹਨ, ਜਿਸ ਨੂੰ ਮਹਾਰਾਜ ਨੇ ਬਾਣੀ ਦੇ ਵਿੱਚ ਆਖਿਆ ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਤੇ ਇੱਕ ਹੋਰ ਬਚਨ ਮਹਾਰਾਜ ਨੇ ਬਾਣੀ ਦੇ ਵਿੱਚ ਆਖਿਆ, ਸਤਿਗੁਰੂ ਕਹਿੰਦੇ ਅੰਮ੍ਰਿਤ ਸੂਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ। ਕਾਟੇ ਕਸ਼ਟ ਪੂਰੇ ਗੁਰਦੇਵ, ਸੇਵਕ ਕਉ ਦੀਨੀ ਆਪਣੀ ਸੇਵ। ਦਾਤਾਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਸਮੁੱਚੇ ਹੀ ਉਪਦੇਸ਼ ਦੇ ਅੰਦਰ
ਉਹਨਾਂ ਪਿਆਰਿਆਂ ਦੀ ਗੱਲ ਕਰਦੇ ਨੇ ਜਿਹੜੇ ਅਕਾਲ ਪੁਰਖ ਦੇ ਗੁਣਾਂ ਨੂੰ, ਉਹਦੀ ਹੋਂਦ ਦੇ ਅਹਿਸਾਸ ਤੇ ਯਾਦ ਨੂੰ ਆਪਣੇ ਮਨ 'ਚ ਵਸਾਉਂਦੇ ਨੇ। ਉਹਨਾਂ ਦੇ ਦੋਖ ਐਬ ਮਿਟ ਜਾਂਦੇ ਨੇ। ਉਹ ਪਰਮੇਸ਼ਰ ਦੀ ਬੇਅੰਤ ਸੱਤਾ ਤੇ ਸਿਰਜਣਹਾਰ ਕਾਦਰ ਦੇ ਗੁਣ ਤੇ ਉਹਦੇ ਬਖਸ਼ੰਦ ਸੁਭਾਅ ਤੋਂ ਮੁਤਾਸਰ ਰਹਿੰਦੇ ਨੇ, ਪ੍ਰਭਾਵਿਤ ਰਹਿੰਦੇ ਨੇ। ਔਰ ਮਹਾਰਾਜ ਆਖਦੇ ਨੇ ਅਖੀਰ ਉੱਤੇ, ਉਸ ਪ੍ਰਭੂ ਦੇ ਗੁਣਾਂ ਨੂੰ ਮਨ 'ਚ ਵਸਾ ਕੇ ਉਹਨਾਂ ਦਾ ਤਨ ਤੇ ਮਨ ਸਦਾ ਹਰਿਆ ਭਰਿਆ ਤੇ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ।